ਜੀ ਕਾਂਗਰਸ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਜੀ ਤਿੰਨੋਂ ਕਿਸਾਨ ਐਜੀਟੇਸ਼ਨ ਨੂੰ ਤੇ ਸਪੋਰਟ ਕਰ ਰਹੀਆਂ ਨੇ, ਜੀ ਲੇਕਿਨ ਤਿੰਨਾਂ ਦੀ ਆਪਸ ਦੇ ਵਿੱਚ ਇੱਕ ਕੁੱਤੇ ਦਾ ਵੈਰ ਹੈ। ਇਸ ਟਾਈਮ ਚਰਚਾ ਚੱਲ ਰਹੀ ਹੈ ਆਪਰੇਸ਼ਨ ਕਲੀਨ। ਭਾਜਪਾ ਨੂੰ ਲੱਗ ਰਿਹਾ ਕਿ ਜੇ ਕਿਸਾਨ ਅੰਦੋਲਨ ਨੂੰ ਕਿਸੇ ਤਰ੍ਹਾਂ ਖਤਮ ਨਾ ਕੀਤਾ ਤਾਂ ਫਿਰ ਉਹਨੂੰ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਪੰਜਾਬ ਦੇ ਖਾਸ ਕਰਕੇ ਇਲੈਕਸ਼ਨਾਂ ਦੇ ਵਿੱਚ ਨੁਕਸਾਨ ਹੋਏਗਾ। ਕੀ ਆਪਰੇਸ਼ਨ ਕਲੀਨ ਦੀ ਹਕੀਕਤ ਕੀ ਹੈ? ਇਹਦੇ ਬਾਰੇ ਕਈ ਸ਼ਸ਼ੋਪੰਜ ਖੜੇ ਹੋਏ ਨੇ। ਦੀਪ ਸਿੱਧੂ ਬੜਾ ਚਰਚਿਤ ਚਿਹਰਾ ਰਿਹਾ ਹੈ ਇਸ ਅੰਦੋਲਨ ਦੇ ਵਿੱਚ। ਉਹਨਾਂ ਨੂੰ ਲੈ ਕੇ ਤੇ ਕਿਸਾਨਾਂ ਦੇ ਆਪਣੇ ਬਿਆਨ ਅਜੀਬੋਗਰੀ ਬੰਦੇ ਰਹੇ ਨੇ। ਕੋਈ ਉਹਨਾਂ ਨੂੰ ਓਨ ਕਰਦਾ ਹੈ, ਕੋਈ ਓਨ ਨਹੀਂ ਕਰਦਾ। ਕੋਈ ਕਹਿੰਦਾ ਉਹ ਇਸ ਪਾਰਟੀ ਦੇ ਹੈਗੇ ਨੇ, ਕੋਈ ਕਹਿੰਦਾ ਉਸ ਪਾਰਟੀ ਦੇ ਹੈਗੇ ਨੇ। ਦਲਿਤ ਕਾਰਡ ਦੀ ਇੱਕ ਗੱਲ ਚੱਲੀ ਹੈ, ਉਹਦੇ ਵਿੱਚ ਆਪਣੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਜੀ ਜੋ ਸਾਬਕਾ ਪ੍ਰਧਾਨ ਵੀ ਨੇ ਭਾਜਪਾ ਦੇ ਪੰਜਾਬ ਦੇ, ਉਹਨਾਂ ਨੇ ਕਿਹਾ ਕਿ ਅਸੀਂ ਤਾਂ ਸੀਐਮ ਹੀ ਬਣਾ ਦੇਂਗੇ। ਇਹ ਕੀ ਭਾਜਪਾ ਇਹਨਾਂ ਦਾ ਆਧਾਰ ਬਣਦੀ ਹੈ ਕਿ ਉਹ ਸਰਕਾਰ ਬਣਾ ਲੂ ਪੰਜਾਬ ਦੇ ਵਿੱਚ? ਅਗਰ ਦਲਿਤ ਮਿਨਿਸਟਰ ਰਹਿੰਦੇ ਹੋਏ ਵੀ ਉਹਨਾਂ ਨੇ ਦਲਿਤਾਂ ਵਾਸਤੇ ਕੁਝ ਨਹੀਂ ਕੀਤਾ ਤੇ ਫਿਰ ਚਾਹੇ ਉਹਨੂੰ ਮਿਨਿਸਟਰ ਬਣਾ ਦਿਓ, ਡਿਪਟੀ ਸੀਐਮ ਬਣਾ ਦਿਓ, ਚੀਫ ਮਿਨਿਸਟਰ ਬਣਾ ਦਿਓ, ਉਹਦਾ ਕੀ ਫਰਕ ਪਏਗਾ? हिंदुस्तान की महिला राष्ट्रपति रही प्रतिभा पाटिल, हिंदुस्तान की महिला प्राइम मिनिस्टर रही श्रीमती इंदिरा गांधी। क्या हिंदुस्तान की महिलाओं की समस्याओं का समाधान हो गया? क्या आज असीं कह सकते हैं कि सारियां महिलावां सुरक्षित हैं? कांग्रेस पार्टी का यह कहना कि असीं सीएम या डिप्टी सीएम शेड्यूल कास्ट का बनावांगे, उन्होंने पूछो भी 5 साल तो तुहाडी पंजाब सरकार है, तुसीं क्यों नहीं बनाया? किहने रोकिया तुहानूं? ਸਾਬਕਾ ਸੀਐਮ ਬਾਦਲ ਸਾਹਿਬ ਦਾ ਨਾਮ ਆਉਂਦਾ, ਡਿਪਟੀ ਸੀਐਮ ਸੁਖਬੀਰ ਬਾਦਲ ਜੀ ਦਾ ਨਾਮ ਆਉਂਦਾ ਹੈ, ਡੀਜੀਪੀ ਸਮੀਰ ਸੈਣੀ ਦਾ ਨਾਮ ਆਉਂਦਾ ਹੈ, ਉਮਰਾ ਨੰਗਲ ਜੀ ਦਾ ਨਾਮ ਆਉਂਦਾ। ਅੱਜ ਟਾਈਮ 8 ਚਲਾਨ 9 ਚਲਾਨ ਪੇਸ਼ ਕਰਤੇ ਉਹਨਾਂ ਨੇ। ਉਹਨਾਂ 'ਚ ਨਾਮ ਐਕਚੁਅਲੀ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਐਮਐਲਆਰ ਤੱਕ ਨਹੀਂ ਦਰਜ ਹੋਣ ਦਿੱਤੀ ਜਿਹੜੇ ਪੀੜਤ ਸੀ। अगर किसी को लगता है कि सिट का फैसला हाईकोर्ट ने गलत किया, उन्होंने को ऑप्शन है सुप्रीम कोर्ट जान, सुप्रीम कोर्ट तो फैसला बदलवा दें। ये फैसला थोड़े हक च आ जाए तो फैसला बहुत चंगा, जे फैसला थोड़े हक च ना आए तो तुहानूं लगता है कि नहीं फैसला ठीक नहीं है। बीजेपी का इस केस नाल कोई ताल्लुक नहीं, ना फैसला आन च, ना कंप्लेंट च, ना किसी होर च। ਸਕਾਈ ਨਿਊਜ਼ ਪੰਜਾਬ ਦੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਮੈਂ ਆਰ ਐਸ ਲਿਬਰੇਟ। ਸਾਡੇ ਨਾਲ ਨੇ ਐਡੀਸ਼ਨਲ ਸੋਲਿਸਿਟਰ ਜਨਰਲ, ਕਾਨੂੰਨ ਦੇ ਮਾਹਰ, ਭਾਜਪਾ ਦੇ ਕੌਮੀ ਕਾਰਜ ਕਮੇਟੀ ਦੇ ਮੈਂਬਰ। ਪਿਛਲੇ ਦਿਨੀ ਕਈ ਘਟਨਾਵਾਂ ਹੋਣ ਤੋਂ ਬਾਅਦ, ਕਿਸਾਨ ਅੰਦੋਲਨ ਸਿੱਟ ਤੋਂ ਖਾਰਜ ਹੋਣ ਤੋਂ ਬਾਅਦ ਪੰਜਾਬ ਦੇ ਸਿਆਸੀ ਸਮੀਕਰਨ ਬਦਲੇ ਨੇ। ਉਸ ਤੋਂ ਬਾਅਦ ਜ਼ਿਆਦਾਤਰ ਸਿਆਸੀ ਧਿਰਾਂ ਇਹਨਾਂ ਚੀਜ਼ਾਂ ਨੂੰ ਕੈਸ਼ ਕਰਕੇ 2022 ਦੇ ਇਲੈਕਸ਼ਨਾਂ ਦੀਆਂ ਪੌੜੀਆਂ ਚੜ੍ਹ ਕੇ ਸੱਤਾ 'ਤੇ ਕਾਬਜ਼ ਹੋਣੇ ਚਾਹੁੰਦੀਆਂ ਨੇ। ਇਸ ਵਿਸ਼ੇ 'ਚ ਭਾਜਪਾ ਨੂੰ ਪ੍ਰਤੀਨਿਧਤਾ ਕਰਦੇ ਸ੍ਰੀ ਜੈਨ ਸਾਹਿਬ ਸਾਡੇ ਨਾਲ ਨੇ। ਉਹ ਇਹਨਾਂ ਹਾਲਾਤਾਂ ਨੂੰ ਦੇਖਦੇ ਆਪਦੀ ਪਾਰਟੀ ਨੂੰ ਕਿਸ ਸਥਾਨ 'ਤੇ ਖੜਿਆ ਦੇਖਦੇ ਨੇ, ਕਿਸ ਤਰ੍ਹਾਂ ਉਹਨੂੰ ਪੇਸ਼ ਕਰਨਗੇ, ਉਹ ਦੱਸਣਗੇ। देखो, पिछले कुछ दिनों तो पंजाब के अंदर जो किसान एजिटेशन चली है ਜੀ और जिस तरीके दे नाल कांग्रेस पार्टी, अकाली दल, आम आदमी पार्टी, ਜੀ इन्हां तिन्हां ने खुल के उस अंदोलन का समर्थन किया है और तिन्हां पार्टियां ने एक कोशिश की है कि बीजेपी के खिलाफ माहौल पैदा किया जाए, ਜੀ जो तत्थ ने उन्होंने छुपाया जाए और किसानों के विच ये प्रचार किया जाए कि बीजेपी तुहाड़ियां मंगां नहीं मनना चाहती, बीजेपी सरकार तुहाडे नाल तुहाड़ियां मंगां ते विचार नहीं करना चाहती। उस कारण कुछ थोड़ा नुकसान सानू म्यूनसिपल कारपोरेशन के इलैक्शन जरूर होया। ਜੀ ਅਸੀਂ ਉਨੀਆਂ ਸੀਟਾਂ ਨਹੀਂ ਜਿੱਤ ਪਾਏ ਜਿੰਨੀਆਂ ਅਸੀਂ ਸੋਚਦੇ ਸੀ, ਲੇਕਿਨ ਪੋਲੀਟਿਕਸ ਦੇ ਵਿੱਚ, ਰਾਜਨੀਤੀ ਦੇ ਵਿੱਚ ਇਹ ਉਤਾਰ ਚੜਾਓ ਚੱਲਦੇ ਰਹਿੰਦੇ ਨੇ। ਜੀ ਮੈਂ ਸਮਝਦਾ ਕਿ ਇੱਕ ਟੈਂਪਰੇਰੀ ਫੇਜ਼ ਸੀ ਜਿਹੜੀ ਬਹੁਤ ਜਲਦ ਖਤਮ ਹੋ ਜਾਏਗੀ ਔਰ ਮੈਨੂੰ ਪੂਰਾ ਯਕੀਨ ਹੈ ਕਿ ਪੰਜਾਬ ਦੀ ਜਨਤਾ ਉਸੇ ਤਰੀਕੇ ਨਾਲ ਫਿਰ ਦੁਬਾਰਾ ਬੀਜੇਪੀ ਦੇ ਨਾਲ ਆਪਣਾ ਵਿਸ਼ਵਾਸ ਵਿਅਕਤ ਕਰੇਗੀ ਜਿਸ ਤਰੀਕੇ ਨਾਲ ਪੰਜਾਬ ਦੀ ਜਨਤਾ ਪਹਿਲੇ ਕਰਦੀ ਆਈ ਹੈ। ਜੈਨ ਸਾਹਿਬ, ਜਦੋਂ ਆਰਡੀਨੈਂਸ ਪਾਸ ਹੋਏ ਉਦੋਂ ਅਕਾਲੀ ਦਲ ਭਾਜਪਾ ਨਾਲ ਸੀ। ਉਹਨਾਂ ਨੇ ਸਿਆਸੀ ਸਮੀਕਰਨ ਬਦਲਦੇ ਦੇਖ ਕੇ ਉਹ ਹੱਥ ਪਿੱਛੇ ਖਿੱਚਦੇ ਆਪਦੇ ਆਉਂਦਿਆਂ ਤੋਂ ਅਸਤੀਫਾ ਦੇ ਦਿੱਤਾ। ਹੁਣ ਉਹਨਾਂ ਨੇ ਫਿਰ ਇਸ ਚੀਜ਼ ਨੂੰ ਕੈਸ਼ ਕਰਨਾ ਚਾਹਿਆ ਕਿ ਉਹ ਪੰਥਕ ਉਹਨਾਂ ਤੋਂ ਚਲਾ ਗਿਆ ਬਾਈਬਲ ਕੋਲੀ ਕਾਂਡ ਦੀ ਸਿੱਟ ਕਰਕੇ, ਆਰਡੀਨੈਂਸ ਕਰਕੇ ਕਿਸਾਨ ਚਲੇ ਗਏ। ਹੁਣ ਮੈਨੂੰ ਜਾਂ ਸਮੀਕਰਨ ਇਹ ਕਹਿ ਰਹੇ ਨੇ ਕਿ ਸਿਆਸੀ ਵੋਟ ਬੈਂਕ ਨੂੰ ਲੈ ਕੇ ਉਹ ਇੱਕ ਸਿਆਸਤ ਖੇਡ ਰਹੇ ਹੈ। ਉਹਨਾਂ ਨੇ ਉਪ ਸੀਐਮ ਦਾ ਐਲਾਨ ਕੀਤਾ ਹੈ। ਭਾਜਪਾ ਨੇ ਵੀ ਸ਼ਵੇਤ ਮਲਿਕ ਜੀ ਨੇ ਸੀਐਮ ਤੱਕ ਐਲਾਨ ਕਰ ਦਿੱਤਾ। ਕਾਂਗਰਸੀ ਨੇ ਵੀ ਕਹਿਤਾ ਵੀ ਅਸੀਂ ਦੇਵਾਂਗੇ ਡਿਪਟੀ ਸੀਐਮ। ਭਾਜਪਾ ਦਾ ਕੀ ਸਟੈਂਡ ਰਹੇਗਾ ਜੀ? ਦੇਖੋ, ਪੰਜਾਬ ਦੀ ਪੋਲੀਟਿਕਸ ਦੀ ਇੱਕ ਬੇਸਿਕ ਹਕੀਕਤ ਸਮਝ ਲਓ। ਪੰਜਾਬ ਦੇ ਵਿੱਚ ਕਾਂਗਰਸ ਬਹੁਤ ਲੰਬੇ ਅਰਸੇ ਤੱਕ ਰਾਜ ਕਰਦੀ ਰਹੀ ਹੈ। ਕਾਂਗਰਸ ਤੋਂ ਬਾਅਦ ਅਗਰ ਪਾਵਰ 'ਚ ਆਏ ਤਾਂ ਬੀਜੇਪੀ ਔਰ ਅਕਾਲੀ ਦਲ ਦਾ ਕੰਬੀਨੇਸ਼ਨ ਹੀ ਪਾਵਰ 'ਚ ਆਇਆ ਸੀ।
ਚਾਹੇ ਉਹ 1967 ਚ ਅਕਾਲੀ ਦਲ, ਜਨ ਸੰਘ ਤੇ ਕਮਿਊਨਿਸਟ ਪਾਰਟੀ ਦੇ ਲੋਕ ਸ਼ਾਮਲ ਸਨ। ਉਸ ਤੋਂ ਬਾਅਦ ਜਦੋਂ ਵੀ ਪਾਵਰ 'ਚ ਆਏ ਨੇ ਉਹਨਾਂ ਦੇ ਨਾਲ ਹੀ ਪਾਵਰ 'ਚ ਆਏ ਨੇ। ਕਿਸਾਨਾਂ ਦੇ ਬਾਰੇ ਜਿਹੜਾ ਆਰਡੀਨੈਂਸ ਜਾਰੀ ਹੋਇਆ ਉਸ ਵੇਲੇ ਅਕਾਲੀ ਦਲ ਸਾਡੇ ਨਾਲ ਸੀ, ਬਲਕਿ ਕੁਝ ਉਹਨਾਂ ਦੇ ਬਿਆਨ ਵੀ ਆਏ ਇਹਨਾਂ ਦੇ ਹੱਕ ਵਿੱਚ ਕਿ ਇਹ ਠੀਕ ਹੋ ਰਿਹਾ। ਕੁਝ ਉਹਨਾਂ ਦੇ ਸਿਆਸੀ ਕਾਰਨ ਸਨ। ਉਸ ਤੋਂ ਬਾਅਦ ਅਕਾਲੀ ਦਲ ਨੇ ਅਚਾਨਕ ਜਦੋਂ ਇਹ ਮਸਲਾ ਲੋਕ ਸਭਾ 'ਚ ਆਇਆ ਤੇ ਅਕਾਲੀ ਦਲ ਨੇ ਆਪਣਾ ਸਟੈਂਡ ਬਦਲ ਕੇ ਉਸ ਦੀ ਮੁਖਾਲਫਤ ਸ਼ੁਰੂ ਕਰ ਦਿੱਤੀ। ਉਹਨਾਂ ਦੇ ਆਪਣੇ ਕਾਰਨ ਹੋਣਗੇ, ਲੇਕਿਨ ਉਸ ਤੋਂ ਪਹਿਲੇ ਜੋ ਵੀ ਸਾਡੀ ਸਰਕਾਰ ਨੇ ਫੈਸਲਾ ਲਿੱਤਾ ਉਹਦੇ 'ਚ ਉਹਨਾਂ ਨੂੰ ਬਕਾਇਦਾ ਕੰਸਲਟ ਕੀਤਾ ਗਿਆ ਸੀ। ਇਸ ਵੇਲੇ ਹਾਲਤ ਇਹ ਹੈ ਕਿ ਜਿਹੜੀਆਂ ਤਿੰਨ ਮੇਜਰ ਪੋਲੀਟੀਕਲ ਪਾਰਟੀਆਂ ਕਾਂਗਰਸ, ਅਕਾਲੀ ਦਲ ਤੇ ਆਮ ਆਦਮੀ ਪਾਰਟੀ, ਤਿੰਨੋਂ ਕਿਸਾਨ ਐਜੀਟੇਸ਼ਨ ਨੂੰ ਤੇ ਸਪੋਰਟ ਕਰ ਰਹੀਆਂ ਨੇ, ਲੇਕਿਨ ਤਿੰਨਾਂ ਦੀ ਆਪਸ ਦੇ ਵਿੱਚ ਇੱਟ ਕੁੱਤੇ ਦਾ ਵੈਰ ਹੈ। ਤਿੰਨਾਂ ਦੇ ਵਿੱਚ ਕੋਈ ਵੀ ਇੱਕ ਦੂਜੇ ਨੂੰ ਟੋਲਰੇਟ ਕਰਨ ਨੂੰ ਤਿਆਰ ਨਹੀਂ ਹੈ। ਬੀਜੇਪੀ ਇੱਕ ਮੇਜਰ ਨੈਸ਼ਨਲ ਪਾਰਟੀ ਹੈ, ਰਾਸ਼ਟਰੀ ਪਾਰਟੀ ਹੈ, ਸਾਡਾ ਇੱਕ ਆਪਣਾ ਸਟੈਂਡ ਹੈ, ਉਸ ਦੇ ਕਰਕੇ ਸਾਡਾ ਆਪਣਾ ਇੱਕ ਬੇਸ ਹੈ। ਹੁਣ ਕੀ ਹੋ ਰਿਹਾ ਹੈ ਕਿ ਵੀ ਤਿੰਨਾਂ ਨੂੰ ਅਨਸਰਟਨਟੀ ਹੈ ਇਸ ਗੱਲ ਦੀ ਕਿ ਅੱਗੇ ਕੀ ਰਿਜ਼ਲਟ ਨਿਕਲੇਗਾ। ਕਿਸਾਨ ਐਜੀਟੇਸ਼ਨ ਦੇ ਸਪੋਰਟਰ ਤੇ ਤਿੰਨ ਹਿੱਸਿਆਂ 'ਚ ਵੰਡੇ ਜਾਣਗੇ, ਕਿਤੇ ਇਹ ਨਾ ਹੋਵੇ ਕਿ ਬੀਜੇਪੀ ਇਸ ਦਾ ਫਾਇਦਾ ਉਠਾ ਜਾਏ। ਇਸ ਕਰਕੇ ਤਿੰਨੋਂ ਪਾਰਟੀਆਂ ਆਪਣੇ ਆਪਣੇ ਤਰੀਕੇ ਨਾਲ ਕਦੇ ਦਲਿਤ ਕਾਰਡ, ਕਦੇ ਕੋਈ ਕਾਰਡ ਪਲੇ ਕਰਨ ਦੀ ਕੋਸ਼ਿਸ਼ ਕਰਦੇ ਨੇ। ਕਾਂਗਰਸ ਪਾਰਟੀ ਦਾ ਇਹ ਕਹਿਣਾ ਕਿ ਅਸੀਂ ਸੀਐਮ ਜਾਂ ਡਿਪਟੀ ਸੀਐਮ ਸ਼ੈਡਿਊਲਡ ਕਾਸਟ ਦਾ ਬਣਾਵਾਂਗੇ, ਤਾਂ ਉਹਨਾਂ ਨੂੰ ਇਹ ਪੁੱਛੋ ਵੀ 5 ਸਾਲ ਤੋਂ ਤੁਹਾਡੀ ਪੰਜਾਬ ਸਰਕਾਰ ਹੈ, ਤੁਸੀਂ ਕਿਉਂ ਨਹੀਂ ਬਣਾਇਆ, ਕਿਹਨੇ ਰੋਕਿਆ ਤੁਹਾਨੂੰ? ਅਕਾਲੀ ਦਲ ਅੱਜ ਇਹ ਕਹਿ ਰਿਹਾ ਕਿ ਅਸੀਂ ਦਲਿਤ ਡਿਪਟੀ ਸੀਐਮ ਬਣਾਵਾਂਗੇ ਤੇ ਬਣਾ ਲੈਂਦੇ, ਕਿਸੇ ਨੇ ਮਨਾ ਤਾਂ ਨਹੀਂ ਕੀਤਾ। ਪਹਿਲੇ ਪਾਵਰ 'ਚ ਰਹਿ ਚੁੱਕੇ ਨੇ ਨਾ, ਕੋਈ ਐਸਾ ਨਹੀਂ ਕਿ ਹਲੇ ਨਵੇਂ ਸਿਰੋਂ ਪਾਵਰ 'ਚ ਆਉਣਾ। ਇਸ ਵੇਲੇ ਜਿਹੜਾ ਇਹ ਇਸ਼ੂ ਹੈ ਕਿਉਂਕਿ ਅਗਲੇ ਸਾਲ ਵਿਧਾਨ ਸਭਾ ਦਾ ਇਲੈਕਸ਼ਨ ਹੈ, ਇਸ ਕਰਕੇ ਤਿੰਨੋਂ ਪੋਲੀਟੀਕਲ ਪਾਰਟੀਆਂ ਇੱਕ ਸੈਂਸ ਆਫ ਅਨਸਰਟਨਟੀ, ਇੱਕ ਡਰਿਆ ਡਰਿਆ ਜਿਹਾ ਮਾਹੌਲ ਕਿ ਕਿਤੇ ਇਹ ਨਾ ਹੋਵੇ ਕਿ ਸਾਡੇ ਹੱਥੋਂ ਨਿਕਲ ਜਾਏ, ਕਿਤੇ ਇਹ ਨਾ ਹੋਵੇ ਕਿ ਸਾਡੇ ਹੱਥੋਂ ਪਾਵਰ ਚਲੀ ਜਾਏ। ਇਸ ਕਰਕੇ ਸਾਰਾ ਜਾਂਦਾ ਵੇਖ ਕੇ ਅੱਧਾ ਦਈਏ ਵੰਡ। ਹੁਣ ਉਹਨਾਂ ਨੂੰ ਲੱਗਦਾ ਵੀ ਕਿਤੇ ਦਲਿਤ ਨੂੰ ਪ੍ਰੋਮਿਸ ਕਰ ਦਿਓ, ਹਿੰਦੂਆਂ ਨੂੰ ਪ੍ਰੋਮਿਸ ਕਰ ਦਿਓ, ਇਹਨਾਂ ਨੂੰ ਕਰ ਦਿਓ, ਉਹਨਾਂ ਨੂੰ ਕਰ ਦਿਓ। ਮੇਰਾ ਆਪਣਾ ਸਿਆਸੀ ਅਨੁਭਵ ਇਹ ਹੈ, 50 ਸਾਲ ਤੋਂ ਮੈਂ ਹਿੰਦੁਸਤਾਨ ਦੀ, ਪੰਜਾਬ ਦੀ ਪੋਲੀਟਿਕਸ ਦੇ ਵਿੱਚ, ਚੰਡੀਗੜ੍ਹ ਦੀ ਪੋਲੀਟਿਕਸ ਵਿੱਚ ਕੰਮ ਕਰ ਰਿਹਾ। ਇਸ ਗੱਲ ਦਾ ਕੋਈ ਬਹੁਤ ਅਸਰ ਨਹੀਂ ਪੈਂਦਾ ਕੌਮ 'ਤੇ ਕਿ ਤੁਸੀਂ ਕਿਹਨਾਂ ਦਾ ਡਿਪਟੀ ਸੀਐਮ ਬਣਾਇਆ ਹੈ, ਤੁਸੀਂ ਕਿਹਨਾਂ ਦਾ ਸੀਐਮ ਬਣਾਇਆ ਜਾਂ ਕਿਹਨਾਂ ਦਾ ਮੰਤਰੀ ਬਣਾਇਆ। ਸਵਾਲ ਇਹ ਹੈ ਕਿ ਉਸ ਬੰਦੇ ਨੇ ਉਸ ਕਮਿਊਨਿਟੀ ਵਾਸਤੇ ਕੀ ਕੀਤਾ। ਅਗਰ ਦਲਿਤ ਮਿਨਿਸਟਰ ਹੁਣ ਤੱਕ ਰਹੇ ਨੇ, ਅਗਰ ਦਲਿਤ ਮਿਨਿਸਟਰ ਰਹਿੰਦੇ ਹੋਏ ਵੀ ਉਹਨਾਂ ਨੇ ਦਲਿਤਾਂ ਵਾਸਤੇ ਕੁਝ ਨਹੀਂ ਕੀਤਾ, ਤੇ ਫਿਰ ਚਾਹੇ ਉਹਨੂੰ ਮਿਨਿਸਟਰ ਬਣਾ ਦਿਓ, ਡਿਪਟੀ ਸੀਐਮ ਬਣਾ ਦਿਓ, ਚੀਫ ਮਿਨਿਸਟਰ ਬਣਾ ਦਿਓ, ਉਹਦਾ ਕੀ ਫਰਕ ਪਏਗਾ। ਹਿੰਦੁਸਤਾਨ ਦੀ ਮਹਿਲਾ ਰਾਸ਼ਟਰਪਤੀ ਰਹੀ ਪ੍ਰਤਿਭਾ ਪਾਟਿਲ, ਹਿੰਦੁਸਤਾਨ ਦੀ ਮਹਿਲਾ ਪ੍ਰਾਈਮ ਮਿਨਿਸਟਰ ਰਹੀ ਸ਼੍ਰੀਮਤੀ ਇੰਦਰਾ ਗਾਂਧੀ। क्या हिंदुस्तान की महिलावां की समस्यावां का समाधान हो गया? क्या अज असीं कह सकते हैं कि सारियां महिलावां सुरक्षित सन? इस करके ये एक पोलीटिकल नारा हुंदा है जो सियासी लीडर यूज़ करते हैं। वोटर जो वोट पाण जाता है उसके सामने बहुत सारे फैक्टर्स होंगे ने, बहुत सारे फैक्टर्स होंगे ने, उन्होंने सारे फैक्टर्स को देख के वोट पाता है। जैन साहब इस टाइम चर्चा चल रही है ऑपरेशन कलीन की। भाजपा नूं लग रहा है कि जे किसान अंदोलन नूं किसी तरह खत्म ना किया ਤਾਂ ਫਿਰ ਉਹਨੂੰ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ, ਪੰਜਾਬ ਦੇ ਖਾਸ ਕਰਕੇ ਇਲੈਕਸ਼ਨਾਂ ਦੇ ਵਿੱਚ ਨੁਕਸਾਨ ਹੋਏਗਾ। ਕੀ ਆਪਰੇਸ਼ਨ ਕਲੀਨ ਦੀ ਹਕੀਕਤ ਕੀ ਹੈ? ਇਹਦੇ ਬਾਰੇ ਕਈ ਸ਼ਸ਼ੋਪੰਜ ਖੜੇ ਹੋਏ ਨੇ। ਤੁਸੀਂ ਕੀ ਕਹੋਗੇ? ਦੇਖੋ, ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਅਖਬਾਰਾਂ ਦੇ ਵਿੱਚ, ਟੀਵੀ ਦੇ ਵਿੱਚ ਕੁਝ ਲੋਕਾਂ ਨੇ ਜ਼ਰੂਰ ਬੋਲਿਆ, ਲੇਕਿਨ 2-3 ਫੈਕਟਸ ਹੈਗੇ ਨੇ। ਪਹਿਲਾ ਫੈਕਟ ਇਹ ਹੈਗਾ ਕਿ ਜੋ ਐਜੀਟੇਸ਼ਨ ਚੱਲੀ ਸੀ ਉਹ ਕਿਸਾਨਾਂ ਦੇ ਬਾਰੇ ਜਿਹੜੇ 3 ਕਾਨੂੰਨ ਆਏ ਸਨ, ਉਹਨਾਂ ਤਿੰਨਾਂ ਨੂੰ ਖਤਮ ਕਰਨ ਵਾਸਤੇ, ਵਿਡਰਾਅ ਕਰਨ ਵਾਸਤੇ ਐਜੀਟੇਸ਼ਨ ਹੋਈ ਸੀ। ਹਿੰਦੁਸਤਾਨ ਦਾ ਸੁਪਰੀਮ ਕੋਰਟ ਪਹਿਲੇ ਹੀ ਉਹਨਾਂ ਨੂੰ ਸਟੇ ਕਰ ਚੁੱਕਾ ਹੈ। ਅੱਜ ਉਹ ਕਾਨੂੰਨ ਵਜੂਦ 'ਚ ਨਹੀਂ ਹਨ। ਹਿੰਦੁਸਤਾਨ ਦੀ ਸਰਕਾਰ ਕਿਸਾਨ ਲੀਡਰਾਂ ਨੂੰ ਕਹਿ ਚੁੱਕੀ ਹੈ ਕਿ ਆ ਜਾਓ, ਬੈਠ ਜਾਓ, ਅਸੀਂ ਸਾਲ, 1.5 ਸਾਲ, 2 ਸਾਲ, 2.5 ਸਾਲ ਬੈਠ ਕੇ ਗੱਲਬਾਤ ਕਰਕੇ ਇਹਨਾਂ ਨੂੰ ਛਿੱਕ 'ਤੇ ਟੰਗਣ ਵਾਸਤੇ ਤਿਆਰ ਹੈ। ਮਤਲਬ ਜਿਵੇਂ ਫਰੀਜ਼ਰ 'ਚ ਹੁੰਦਾ ਹੈ ਉਹਦੇ 'ਚ ਰੱਖਣ ਨੂੰ ਤਿਆਰ ਹੈ। ਇਹ ਐਕਟ ਨਹੀਂ ਹੋਣਗੇ ਆ ਕੇ। ਫਿਰ ਐਜੀਟੇਸ਼ਨ ਹੁਣ ਕਿਸ ਚੀਜ਼ ਵਾਸਤੇ ਹੈ? ਜਦੋਂ ਜਿਸ ਕਾਨੂੰਨ ਨੂੰ ਖਤਮ ਕਰਨ ਦੀ ਮੰਗ ਕਰ ਰਹੇ ਸੀ ਉਹ ਕਾਨੂੰਨ ਦਾ ਵਜੂਦ ਇਸ ਵੇਲੇ ਨਹੀਂ ਹੈ। ਅਗਲਾ ਕਾਨੂੰਨ ਉਦੋਂ ਤੱਕ ਨਹੀਂ ਬਣੇਗਾ ਜਦੋਂ ਤੱਕ ਤੁਹਾਡੇ ਨਾਲ ਗੱਲਬਾਤ ਨਹੀਂ ਹੋ ਜਾਏਗੀ। ਇਹ ਸਰਕਾਰ ਕਹਿ ਚੁੱਕੀ ਹੈ ਉਹਨਾਂ ਨੂੰ। ਇਸ ਐਜੀਟੇਸ਼ਨ ਦੇ ਹੁਣ ਕੀ ਔਚਿੱਤ ਹੈ ਉਹ ਸਮਝ ਨਹੀਂ ਆ ਰਿਹਾ। ਨੰਬਰ 2, ਹਰ ਆਦਮੀ ਨੂੰ ਹੱਕ ਹੈ ਐਜੀਟੇਸ਼ਨ ਕਰਨ ਦਾ। ਅੰਦੋਲਨ ਕਰੋ, ਗ੍ਰਿਫਤਾਰੀਆਂ ਦਿਓ, ਜੋ ਤੁਸੀਂ ਕਰਨਾ ਉਹ ਕਰੋ, ਲੇਕਿਨ ਜਦੋਂ ਤੁਸੀਂ ਸੜਕ ਰੋਕਦੇ ਹੋ ਤੇ ਸੜਕ ਰੋਕਣ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੁੰਦਾ, ਅੰਦੋਲਨਕਾਰੀ ਨੂੰ ਕੋਈ ਫਾਇਦਾ ਉਹਦਾ ਨਹੀਂ ਹੈ, ਦੂਸਰਿਆਂ ਨੂੰ ਉਸਦਾ ਨੁਕਸਾਨ ਹੈ। ਕਿਸੇ ਦੀ ਫਲਾਈਟ ਮਿਸ ਹੁੰਦੀ ਹੈ, ਕਿਸੇ ਦਾ ਸਕੂਲ ਮਿਸ ਹੁੰਦਾ ਹੈ, ਕਿਸੇ ਦਾ ਹਸਪੀਟਲ ਮਿਸ ਹੁੰਦਾ ਹੈ। ਹੁਣ ਅੱਜ ਉਹ ਸੜਕ ਰੋਕ ਕੇ ਬੈਠੇ ਹੋਏ ਨੇ ਜਿਹੜੇ ਦਿੱਲੀ ਜਾਣ ਵਾਲੇ ਲੋਕ ਨੇ, ਉਹਨਾਂ ਨੂੰ ਪਤਾ ਹੈ ਕਿੰਨੀ ਪਰੇਸ਼ਾਨੀ ਤੇ ਦਿੱਕਤ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਜੀ। ਇਸ ਕਰਕੇ ਮੇਰਾ ਮਤ ਇਹ ਹੈ ਕਿ ਨਾ ਸਿਰਫ ਕਿਸਾਨ ਐਜੀਟੇਸ਼ਨ ਬਾਰੇ ਮੈਂ ਕਹਿ ਰਿਹਾ, ਜੋ ਵੀ ਕੋਈ ਐਜੀਟੇਸ਼ਨ ਹਿੰਦੁਸਤਾਨ 'ਚ ਕਿਤੇ ਵੀ ਕਰੇ ਉਹਨੂੰ ਐਜੀਟੇਸ਼ਨ ਦਾ ਹੱਕ ਹੋਣਾ ਚਾਹੀਦਾ, ਲੇਕਿਨ ਸੜਕ ਰੋਕਣ ਦਾ, ਟ੍ਰੇਨ ਰੋਕਣ ਦਾ, ਬੱਸ ਰੋਕਣ ਦਾ, ਮਾਰਕੀਟਾਂ ਜ਼ਬਰਦਸਤੀ ਬੰਦ ਕਰਾਉਣ ਦਾ, ਹਸਪੀਟਲ ਬੰਦ ਕਰਨ ਦਾ ਕੋਈ ਹੱਕ ਕਿਸੇ ਨੂੰ ਨਹੀਂ ਹੋਣਾ ਚਾਹੀਦਾ, ਕਿਉਂਕਿ ਇਸ ਦੇ ਨਾਲ ਆਮ ਆਦਮੀ ਨੂੰ ਪਰੇਸ਼ਾਨੀ ਹੁੰਦੀ ਹੈ। ਜਨ ਸਾਹਿਬ, ਦੀਪ ਸਿੱਧੂ ਬੜਾ ਚਰਚਿਤ ਚਿਹਰਾ ਰਿਹਾ ਹੈ ਇਸ ਅੰਦੋਲਨ ਦੇ ਵਿੱਚ।
ਉਹਨਾਂ ਨੂੰ ਲੈ ਕੇ ਤਾਂ ਕਿਸਾਨਾਂ ਦੇ ਆਪਣੇ ਬਿਆਨ ਅਜੀਬੋ-ਗਰੀਬ ਆਉਂਦੇ ਰਹੇ ਨੇ। ਕੋਈ ਉਹਨਾਂ ਨੂੰ ਓਨ ਕਰਦਾ, ਕੋਈ ਓਨ ਨਹੀਂ ਕਰਦਾ, ਕੋਈ ਕਹਿੰਦਾ ਉਹ ਇਸ ਪਾਰਟੀ ਦੇ ਹੈਗੇ ਨੇ, ਕੋਈ ਕਹਿੰਦਾ ਉਸ ਪਾਰਟੀ ਦੇ ਹੈਗੇ ਨੇ। ਹਿੰਦੁਸਤਾਨ ਦੇ ਵਿੱਚ ਇੱਕ ਜੁਡੀਸ਼ੀਅਲ ਸਿਸਟਮ ਹੈ ਜਿਹੜਾ ਇੰਡੀਪੈਂਡੈਂਟ ਹੈ, ਨਿਊਟਰਲ ਹੈ। ਸਰਕਾਰ, ਪੁਲਿਸ ਇਨਵੈਸਟੀਗੇਟ ਕਰਕੇ ਬੰਦੇ ਨੂੰ ਅਰੈਸਟ ਕਰਦੀ ਹੈ, ਕਚਹਿਰੀ 'ਚ ਪੇਸ਼ ਕਰਦੀ ਹੈ। ਕਚਹਿਰੀ ਡਿਸਾਈਡ ਕਰਦੀ ਹੈ ਕਿ ਇਹਨੂੰ ਬੇਲ ਦੇਣੀ ਹੈ ਕਿ ਨਹੀਂ ਦੇਣੀ ਹੈ, ਇਹਨੂੰ ਬਰੀ ਕਰਨਾ ਹੈ ਕਿ ਨਹੀਂ ਬਰੀ ਕਰਨਾ, ਇਹਨੂੰ ਸਜ਼ਾ ਦੇਣੀ ਹੈ ਕਿ ਨਹੀਂ ਦੇਣੀ, ਉਹ ਜੁਡੀਸ਼ਰੀ ਕਰਦੀ ਹੈ। ਸਰਕਾਰ ਨੇ ਆਪਣਾ ਕੰਮ ਕੀਤਾ, ਜੁਡੀਸ਼ਰੀ ਨੇ ਆਪਣਾ ਕੰਮ ਕੀਤਾ ਹੈ। ਹੁਣ ਬਾਹਰ ਆਉਣ ਤੋਂ ਬਾਅਦ ਪਹਿਲੀ ਤਾਂ ਦੇਖਣਾ ਹੋਏਗਾ ਕਿ ਉਹਨਾਂ ਦਾ ਸਟੈਂਡ ਕੀ ਹੁੰਦਾ, ਉਹ ਕੀ ਬੋਲਦੇ ਨੇ। ਕਿਉਂਕਿ ਹੁਣ ਤੱਕ ਤਾਂ ਜਿਹੜੇ ਬਿਆਨ ਆਏ ਸਨ ਆਪਸ 'ਚ ਹੀ ਇੱਕ ਦੂਜੇ ਦੇ ਬਾਰੇ, ਕੋਈ ਕੁਛ ਬੋਲ ਰਿਹਾ ਸੀ, ਕੋਈ ਕੁਛ ਬੋਲ ਰਿਹਾ ਸੀ। ਕੋਟਪੂਰਾ ਗੋਲੀकांड, ਬਾਈਬਲ ਗੋਲੀकांड ਦੇ ਵਿੱਚ ਜੋਰਾ ਸਿੰਘ ਤੋਂ ਬਾਅਦ ਜਸਟਿਸ ਰਣਜੀਤ ਸਿੰਘ ਹੋਰਾਂ ਰਿਪੋਰਟ ਬਣਾਈ, ਵਿਧਾਨ ਸਭਾ 'ਚ ਪੇਸ਼ ਵੀ ਕੀਤੀ ਗਈ। ਉਸ ਤੋਂ ਬਾਅਦ ਸਿੱਟ ਬਣਾਈ ਗਈ ਜੀ। ਸਿੱਟ ਨੂੰ ਮੈਂਬਰ ਦੇ ਤੌਰ 'ਤੇ ਕੁੰਵਰ ਵਿਜੇ ਪ੍ਰਤਾਪ ਜੀ ਨੇ ਲੀਡ ਕੀਤਾ, ਫਿਰ ਮੁਖੀ ਬਣ ਕੇ ਲੀਡ ਕੀਤਾ। ਪਿਛਲੇ ਦਿਨੀ ਹਾਈ ਕੋਰਟ ਨੇ ਉਹ ਖਾਰਜ ਕਰ ਦਿੱਤੀ ਹੈ। ਉਹਨਾਂ ਨੇ ਕਿਹਾ ਵੀ ਨਵੀਂ ਸਿੱਟ ਬਣਾਈ ਜਾਵੇ ਅਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪਾਸੇ ਰੱਖ ਕੇ ਬਣਾਈ ਜਾਵੇ। ਇਹ ਟੋਟਲ ਸਿਆਸੀ ਖੇਡ ਮੰਨੀ ਜਾ ਰਹੀ ਹੈ ਕਿ ਇਹ, ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ? ਦੇਖੋ, ਹਿੰਦੁਸਤਾਨ ਦੇ ਸੰਵਿਧਾਨ ਨੇ ਤਿੰਨੋਂ ਜਿਹੜੇ ਸਤੰਭ ਨੇ, ਤਿੰਨਾਂ ਸ਼ਕਤੀਆਂ ਦਾ ਵਿਭਾਜਨ ਕੀਤਾ ਹੈ। ਵਿਧਾਨ ਸਭਾ ਕਾਨੂੰਨ ਬਣਾਉਂਦੀ ਹੈ, ਸਰਕਾਰ ਕਾਨੂੰਨ ਨੂੰ ਲਾਗੂ ਕਰਦੀ ਹੈ, ਪੁਲਿਸ, ਸਰਕਾਰ, ਐਗਜ਼ੀਕਿਊਟਿਵ। ਜੁਡੀਸ਼ਰੀ ਉਹਨਾਂ ਦੇ ਫੈਸਲਿਆਂ ਦੀ ਸਮੀਖਿਆ ਕਰਦੀ ਹੈ ਕਿ ਇਹ ਫੈਸਲਾ ਠੀਕ ਹੈ ਜਾਂ ਗਲਤ ਹੈ। ਇਸ ਕੇਸ ਦੇ ਵਿੱਚ ਆ ਕੇ ਦੋਨਾਂ ਨੇ ਪਹਿਲੇ ਆਪਣਾ ਕੰਮ ਕੀਤਾ, ਵਿਧਾਇਕਾਂ ਨੇ ਵੀ ਅਤੇ ਸਰਕਾਰ ਨੇ ਵੀ। ਹਾਈ ਕੋਰਟ ਨੇ ਜੋ ਉਹਨਾਂ ਦੀ ਰਿਪੋਰਟ ਸੀ ਉਹ ਔਰ SIT ਖਾਰਜ ਕਰਕੇ ਨਵੇਂ ਸਿਰਿਓਂ ਉਹਦੇ ਬਾਰੇ ਡਾਇਰੈਕਸ਼ਨ ਦਿੱਤੀਆਂ ਨੇ। ਕਿਉਂਕਿ ਮੈਂ ਇਸ ਦੇ ਵਿੱਚ ਵਕੀਲ ਨਹੀਂ ਸੀ ਔਰ ਮੈਂ ਉਹ ਸਾਰੀ ਜਜਮੈਂਟ ਨਹੀਂ ਪੜ੍ਹੀ ਹੈ, ਮੈਨੂੰ ਤੱਥਦਾਨ ਨਹੀਂ ਪਤਾ ਹੈਗਾ। ਲੇਕਿਨ ਕਾਨੂੰਨ ਦੇ ਅਨੁਸਾਰ ਜਦੋਂ ਤੱਕ ਹਾਈ ਕੋਰਟ ਦੀ ਜਜਮੈਂਟ ਸੁਪਰੀਮ ਕੋਰਟ ਸੈਟੀਸਫਾਈਡ ਨਹੀਂ ਕਰਦਾ ਜਾਂ ਸਟੇ ਨਹੀਂ ਕਰਦਾ, ਉਹ ਸਾਰਿਆਂ 'ਤੇ ਲਾਗੂ ਹੈ, ਚਾਹੇ ਸ਼ਿਕਾਇਤ ਕਰਨ ਵਾਲੇ ਨੇ, ਚਾਹੇ ਸਰਕਾਰ ਦੇ ਪੱਖ ਦੇ ਲੋਕ ਨੇ। ਮੈਂ ਅਖਬਾਰਾਂ 'ਚ ਪੜ੍ਹਿਆ ਕਿ ਸ਼ਾਇਦ ਸਰਕਾਰ ਪੰਜਾਬ ਸੁਪਰੀਮ ਕੋਰਟ ਜਾਣਾ ਚਾਹੁੰਦੀ ਹੈ ਅਤੇ ਅੱਗੇ ਹੁਣ ਸੁਪਰੀਮ ਕੋਰਟ ਫੈਸਲਾ ਕਰੇਗੀ ਕਿ ਇਸ 'ਤੇ ਸਟੇ ਕਰਨਾ ਹੈ, ਨਹੀਂ ਕਰਨਾ, ਇਹਨੂੰ ਬਰਕਰਾਰ ਰੱਖਣਾ ਹੈ, ਕੀ ਕਰਨਾ ਹੈ ਜਾਂ ਕੀ ਉਹ ਕਰਨਾ। ਬਦਕਿਸਮਤੀ ਵਾਲੀ ਸਾਡੀ ਗੱਲ ਇਹ ਹੈ, ਜਿਹੜੀ ਮੈਂ ਪਹਿਲੀ ਗੱਲ ਕਹੀ, ਕੁਛ ਅਸੀਂ ਲੋਕ ਹਰ ਗੱਲ ਨੂੰ ਸਿਆਸੀ ਰੰਗਤ ਦੇਣ ਦੇ ਵੱਲ ਚੱਲਦੇ ਜਾ ਰਹੇ ਹਾਂ। ਜੋ ਧਾਰਮਿਕ ਮਾਮਲੇ ਨੇ, ਭਾਵਨਾਵਾਂ ਦੇ ਮਾਮਲੇ ਨੇ, ਜਿੱਥੇ ਕਿਸੇ ਵੀ ਕੌਮ ਦੇ, ਕਿਸੇ ਵੀ ਧਰਮ ਦੇ ਸੈਂਟੀਮੈਂਟ ਹਰਟ ਹੁੰਦੇ ਨੇ, ਮੈਂ ਸਮਝਦਾ ਹਾਂ ਕਿ ਇਹਨਾਂ ਸਾਰੀਆਂ ਗੱਲਾਂ ਨੂੰ ਇਸ ਗੱਲ ਤੋਂ ਸੋਚਣ ਦੀ ਬਜਾਏ ਕਿ ਇਹ ਬੰਦਾ ਮੇਰੇ ਗਰੁੱਪ ਦਾ ਹੈ ਜਾਂ ਮੇਰੀ ਪਾਰਟੀ ਦਾ ਹੈ, ਉਹ ਬੰਦਾ ਮੇਰੀ ਪਾਰਟੀ ਦਾ ਹੈ ਜਾਂ ਮੇਰੇ ਗਰੁੱਪ ਦਾ ਹੈ, ਅਗਰ ਇਸ ਐਂਗਲ ਨਾਲ ਅਸੀਂ ਕਰੀਏ ਓਬਜੈਕਟਿਵਲੀ, ਜੋ ਵੀ ਦੋਸ਼ੀ ਹੈ, ਕੋਈ ਹੋ ਚਾਹੇ ABC, ਉਹਨੂੰ ਸਜ਼ਾ ਮਿਲੇ। ਜਿਹੜਾ ਨਿਰਦੋਸ਼ ਹੈ ਉਹਨੂੰ ਟੱਚ ਨਾ ਕੀਤਾ ਜਾਏ, ਦੋਸ਼ੀ ਨੂੰ ਛੱਡਿਆ ਨਾ ਜਾਏ, ਨਿਰਦੋਸ਼ ਨੂੰ ਛੇੜਿਆ ਨਾ ਜਾਏ। ਇਸ ਅਸੂਲ 'ਤੇ ਚੱਲਣਾ ਚਾਹੀਦਾ, ਮੈਂ ਸਮਝਦਾ। ਲੇਕਿਨ ਕਿਉਂਕਿ ਮਾਮਲਾ ਹਾਲੇ ਸੁਪਰੀਮ ਕੋਰਟ 'ਚ ਜਾਣ ਵਾਲਾ ਹੈ ਔਰ ਸੁਪਰੀਮ ਕੋਰਟ ਦੇ ਫੈਸਲਾ ਆਉਣ ਤੋਂ ਬਾਅਦ ਹੀ ਫਾਈਨਲ ਹੋਏਗਾ। ਅਗਰ ਸੁਪਰੀਮ ਕੋਰਟ ਨੇ ਇਸ 'ਤੇ ਮੋਹਰ ਲਗਾ दी तो फाइनल है, अगर सुप्रीम कोर्ट ने स्टे करता या मॉडिफाई करता तो फिर जो सुप्रीम करेगा वो फाइनल होएगा। ਜੈਨ ਸਾਹਿਬ, ਇਸ ਤਰ੍ਹਾਂ ਹੈ ਕਿ ਇੱਕ IP ਅਫਸਰ ਨੂੰ ਡਿਊਟੀ ਲਗਾਈ ਜਾਂਦੀ ਹੈ। ਉਹ ਉਹਨਾਂ ਦੇ ਬਿਆਨਾਂ ਅਨੁਸਾਰ ਜਦੋਂ ਤੋਂ ਉਹਨਾਂ ਨੇ ਇਹ ਸ਼ੁਰੂ ਕੀਤਾ, ਬੜੀਆਂ ਉਹਨਾਂ ਦਾ ਤਾਂ ਇੱਥੋਂ ਤੱਕ ਕਹਿਣਾ ਹੈ ਕਿ ਬੜਾ ਤਸ਼ੱਦਦ ਹੋਇਆ ਮੈਨੂੰ ਇਸ ਕੰਮ ਕਰਨ ਲੱਗਿਆ। ਉਹਨਾਂ ਨੇ ਤਸ਼ੱਦਦ ਦੀ ਡੈਫੀਨੇਸ਼ਨ ਵੀ ਦਿੱਤੀ, ਮੈਨੂੰ ਹਰ ਜਗ੍ਹਾ ਰੋਕਿਆ ਗਿਆ। ਉਹਨਾਂ ਨੂੰ ਪੁੱਛਿਆ ਵੀ ਗਿਆ, ਮੀਡੀਆ ਵੱਲੋਂ ਪੁੱਛਿਆ ਵੀ ਗਿਆ ਵੀ ਤੁਸੀਂ ਬਹੁਤ ਵੱਡੇ ਨਾਮ ਸੀ। ਉਹਨਾਂ ਦਾ ਕਹਿਣਾ ਸੀ ਕਿ ਬਹੁਤ ਵੱਡੇ ਨਾਮ ਨਹੀਂ, ਕਾਨੂੰਨ ਸਾਹਮਣੇ ਸਾਰੇ ਇੱਕੋ ਨੇ। ਜਿਵੇਂ ਕਿ ਉਹ 'ਚ ਸਾਬਕਾ CM ਬਾਦਲ ਸਾਹਿਬ ਦਾ ਨਾਮ ਆਉਂਦਾ, ਡਿਪਟੀ CM ਸੁਖਬੀਰ ਬਾਦਲ ਜੀ ਦਾ ਨਾਮ ਆਉਂਦਾ, DGP ਸਮੀਰ ਸੈਣੀ ਦਾ ਨਾਮ ਆਉਂਦਾ, ਉਮਰਾ ਨੰਗਲ ਜੀ ਦਾ ਨਾਮ ਆਉਂਦਾ। ਇਸ ਟਾਈਮ 9 ਚਲਾਨ ਪੇਸ਼ ਕਰਤੇ ਉਹਨਾਂ ਨੇ। ਉਹਨਾਂ 'ਚ ਨਾਮ ਐਕਚੁਅਲੀ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ MLR ਤੱਕ ਨਹੀਂ ਦਰਜ ਹੋਣ ਦਿੱਤੀ ਜਿਹੜੇ ਪੀੜਤ ਸੀਗੇ। ਹੁਣ ਇੱਕ ਰੰਗ ਇੱਕਦਮ ਟਵਿਸਟ ਆ ਗਿਆ ਕਿ ਇੱਕ IP ਅਫਸਰ ਕਹਿ ਰਿਹਾ ਕਿ ਮੈਂ ਆਪਦੀ ਨੌਕਰੀ ਤੋਂ ਅਸਤੀਫਾ ਦੇ ਕੇ ਵੈਸੇ ਸੇਵਾ ਕਰਾਂਗਾ। ਇਹ ਹੁਣ ਤੁਸੀਂ ਕਹਿੰਦੇ ਵੀ ਇਹ ਚੀਜ਼ਾਂ ਨੂੰ ਸਿਆਸੀ ਰੰਗਤ ਨਹੀਂ ਦੇਣੀ ਚਾਹੀਦੀ। ਅਫਸਰ ਵੀ ਇੱਥੋਂ ਨਿਕਲ ਕੇ ਸੇਵਾ ਨੂੰ ਕਿਸ ਤਰ੍ਹਾਂ ਸੰਕੇਤ ਕਰ ਰਹੇ ਹੈ, ਸਾਰਾ ਮੰਨਿਆ ਜਾ ਰਿਹਾ ਵੀ ਸ਼ਾਇਦ ਉਹ ਕੋਈ ਪਾਰਟੀ ਜੁਆਇਨ ਕਰ ਲੈਣ, ਸ਼ਾਇਦ ਆਜ਼ਾਦ ਲੜਨ। ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ? ਦੇਖੋ, ਇਹਦੇ 'ਚ ਤਿੰਨ ਗੱਲਾਂ ਨੇ ਜੀ। ਪਹਿਲੀ ਗੱਲਾਂ ਤਾਂ ਇਹ ਨੇ ਕਿ ਜਿੰਨੀ ਵੀ ਸਾਰੇ ਫੈਕਟਸ ਹੈਗੇ ਨੇ, ਕਿੰਨੀ ਵਾਰ ਚਲਾਨ ਪੇਸ਼ ਹੋਇਆ, ਕੌਣ ਦੋਸ਼ੀ ਸੀ, ਨਹੀਂ ਦੋਸ਼ੀ ਸੀ, ਇਹ ਸਾਰੀ ਬਹਿਸ ਹਾਈ ਕੋਰਟ ਦੇ ਸਾਹਮਣੇ ਹੋਈ ਹੋਏਗੀ। ਬਹਿਸ ਹੋਈ ਹੋਏਗੀ। ਹਾਈ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਹੈ ਸਾਰੇ ਫੈਕਟਸ 'ਤੇ, ਕਾਨੂੰਨ 'ਤੇ ਵਿਚਾਰ ਕਰਨ ਤੋਂ ਬਾਅਦ ਦਿੱਤਾ। ਬੜੇ ਬੜੇ ਵਕੀਲ ਸਾਰਿਆਂ ਨੇ ਬਹਿਸ ਕੀਤੀ ਹੈ। ਔਰ ਮੈਂ ਜਿਵੇਂ ਪਹਿਲੇ ਕਿਹਾ ਕਿ ਜਦੋਂ ਤੱਕ ਹਾਈ ਕੋਰਟ ਦਾ ਫੈਸਲਾ ਸੈਟੀਸਫਾਈਡ ਨਹੀਂ ਹੁੰਦਾ, ਉਹ ਸਾਰਿਆਂ 'ਤੇ ਬਾਈਂਡਿੰਗ ਹੈ, ਸਭ 'ਤੇ ਬਾਈਂਡਿੰਗ ਹੈ। ਇਲਾਹਾਬਾਦ ਹਾਈ ਕੋਰਟ ਨੇ ਸ਼੍ਰੀਮਤੀ ਇੰਦਰਾ ਗਾਂਧੀ ਦਾ ਇਲੈਕਸ਼ਨ ਸੈਟੀਸਫਾਈਡ ਕਰਤਾ ਸੀ ਅਤੇ ਕਰਤਾ ਸੀ, ਸਭ ਨੇ ਮੰਨਣਾ ਪਿਆ ਉਹਨਾਂ ਨੂੰ ਆ ਕੇ। ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜਾ ਨੈਸ਼ਨਲ ਜੁਡੀਸ਼ੀਅਲ ਅਪਾਇੰਟਮੈਂਟ ਕਮਿਸ਼ਨ ਬਣਿਆ ਜੱਜਾਂ ਦੀ ਅਪਾਇੰਟਮੈਂਟ ਬਾਰੇ, ਇਹ ਗਲਤ ਹੈ, ਸਭ ਨੇ ਗਲਤ ਮੰਨਿਆ। ਬਹੁਤ ਸਾਰੇ ਫੈਸਲੇ ਸਰਕਾਰਾਂ ਦੇ ਖਿਲਾਫ ਆਉਂਦੇ ਨੇ, ਸਰਕਾਰਾਂ ਨੂੰ ਮੰਨਣਾ ਪੈਂਦਾ ਕਿਉਂਕਿ ਫੈਸਲਾ ਫਾਈਨਲ ਹੈ। ਦੂਜੀ ਗੱਲ, ਹੁਣ ਉਹ ਆਫਿਸਰ ਰਿਜ਼ਾਈਨ ਦੇ ਰਹੇ ਨੇ, ਕਿਉਂ ਰਿਜ਼ਾਈਨ ਦੇ ਰਹੇ ਨੇ, ਇਲੈਕਸ਼ਨ 'ਚ ਲੜਨਗੇ ਨਹੀਂ ਲੜਨਗੇ, ਇਸ ਦਾ ਤਾਂ ਸਭ ਤੋਂ ਜ਼ਿਆਦਾ ਖੁਲਾਸਾ ਉਹੀ ਕਰ ਸਕਦੇ ਨੇ। ਲੇਕਿਨ ਇਹ ਹਕੀਕਤ ਹੈ, ਪਿੱਛੇ ਤੁਸੀਂ ਮੁੜ ਕੇ ਵੇਖੋ, ਬਹੁਤ ਸਾਰੇ ਲੋਕ ਨੇ
ਜਿਹੜੇ ਆਪਣੇ ਪਦ ਤੋਂ ਰਿਜ਼ਾਈਨ ਕਰਕੇ ਪੋਲੀਟਿਕਸ 'ਚ ਆਏ ਨੇ, ਇਲੈਕਸ਼ਨ ਲੜੇ ਨੇ, ਕਈਆਂ ਪਾਰਟੀਆਂ 'ਚ ਨੇ। ਉਹ ਜਸਟਿਸ ਗੁਰਨਾਮ ਸਿੰਘ ਪੰਜਾਬ ਦੇ ਚੀਫ ਮਿਨਿਸਟਰ ਰਹੇ, ਉਸ ਤੋਂ ਪਹਿਲੇ ਉਹ ਹਾਈ ਕੋਰਟ ਦੇ ਚੀਫ ਜਸਟਿਸ ਸੀ। ਬਹੁਤ ਸਾਰੇ ਜੱਜਸ ਨੇ ਜਿਹੜੇ ਜੱਜਸ਼ਿਪ ਤੋਂ ਰਿਟਾਇਰ ਹੋਣ ਤੋਂ ਬਾਅਦ MP MLA ਬਣੇ। ਬਹੁਤ ਸਾਰੇ ਆਫਿਸਰਸ ਨੇ, ਮੇਰੇ ਕੋਲ ਜਿੱਥੇ ਤੱਕ ਯਾਦ ਹੈ ਸਿਮਰਨਜੀਤ ਸਿੰਘ ਮਾਨ ਖੁਦ SSP ਸਨ, ਉਹਨਾਂ ਨੇ ਛੱਡ ਕੇ ਇਲੈਕਸ਼ਨ ਲੜਿਆ, MP ਬਣੇ, ਬਾਕੀ ਪਾਰਟੀਆਂ 'ਚ ਆਏ। ਇਸ ਤਰ੍ਹਾਂ ਕਰਕੇ ਇਹ ਹਰ ਆਦਮੀ ਦੀ ਡਿਸਕ੍ਰਿਸ਼ਨ ਹੈ, ਪਰ ਚੁਣਾਵ ਜਿਤਨਾ ਨਹੀਂ ਜਿਤਨਾ ਇਹਦਾ ਫੈਸਲਾ ਲੋਕ ਕਰਨਗੇ। ਲੋਕਾਂ ਨੂੰ ਚੰਗਾ ਲੱਗੇਗਾ ਤਾਂ ਚੁਣਨਗੇ, ਨਹੀਂ ਚੰਗਾ ਲੱਗੇਗਾ ਤਾਂ ਲੋਕੀ ਘਰ ਬਿਠਾ ਦੇਣਗੇ। ਚਲੋ ਇਹ ਤਾਂ ਗੱਲ ਹੋ ਗਈ ਕਿ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਕਿ ਮੈਂ ਉਹ ਸੱਚੇ ਦਿਲੋਂ ਮੈਂ ਸਮਾਜ ਸੇਵਾ ਆਪਦਾ ਕੰਮ ਨਿਭਾਇਆ ਵੀ ਹੁਣ ਮੈਂ ਉਹਨਾਂ ਦਾ ਕਹਿਣ ਦਾ ਮਤਲਬ ਇੱਕ ਤਰ੍ਹਾਂ ਇਹ ਸ਼ੋਅ ਕਰਦਾ ਕਿ ਮੈਂ ਇਹ ਸਿਸਟਮ 'ਚ ਰਹਿ ਕੇ ਉਹ ਕੰਮ ਨਹੀਂ ਕਰ ਪਾਇਆ ਜਿਹੜਾ ਮੇਰੀ ਡਿਊਟੀ ਲਗਾਈ ਸੀ ਤੇ ਉਹਦਾ ਅਸਰ ਨਹੀਂ ਹੋਇਆ। ਹੁਣ ਇੱਕ ਗੱਲ ਇਹ ਵੀ ਹੈ ਕਿ ਭਾਜਪਾ 'ਤੇ ਦੋਸ਼ ਲੱਗਦਾ ਕਿ ਜਿੰਨੇ ਵੀ ਪੁਰਾਣੇ ਕਾਨੂੰਨ ਬਦਲਨੇ ਸੀਗੇ ਜਾਂ ਕੋਈ ਵੀ ਫੈਸਲਾ ਲੈਣਾ ਸੀ ਥਰੂ ਕੋਰਟ ਆ ਕੇ ਉਹਨਾਂ ਨੇ ਲਾਗੂ ਕਰਾਇਆ, ਜਿਵੇਂ ਕਿ 370 ਦੀ ਗੱਲ ਕਰੀਏ, ਤਲਾਕ ਦੀ ਗੱਲ ਕਰੀਏ। ਅਤੇ ਇੱਥੇ ਵੀ ਇਹ ਚਰਚਾ ਚੱਲ ਰਹੀ ਹੈ ਕਿ ਅਦਾਲਤ ਨੂੰ ਥਰੂ ਅਦਾਲਤ ਇਹ ਸਿੱਟ ਨੂੰ ਖਾਰਜ ਕਰਨ ਵਾਸਤੇ ਇਹ ਨੁਕਤਾ ਅਪਣਾਇਆ ਗਿਆ। ਦੇਖੋ BJP ਦਾ ਇਸ ਕੇਸ ਨਾਲ ਕੋਈ ਤਾਲੁਕ ਨਹੀਂ ਹੈ, ਨਾ ਤਾਂ BJP ਦਾ ਕੋਈ ਬੰਦਾ ਇਹਦੇ 'ਚ ਦੋਸ਼ੀ ਹੈ, ਨਾ BJP ਦਾ ਇਹਦੇ 'ਚ ਕੋਈ ਕੰਪਲੇਨੈਂਟ ਹੈ, ਨਾ BJP ਦਾ ਕੋਈ ਵਕੀਲ ਸੀ। BJP ਦਾ ਇਸ ਨਾਲ ਕੋਈ ਤਾਲੁਕ ਨਹੀਂ ਸੀ। ਬੇਸਿਕਲੀ ਇਸ ਦੋ ਪਾਰਟੀਆਂ ਪ੍ਰੋਮੀਨੈਂਟ ਪਰਿਵਾਰ ਕਹਿ ਲਓ, ਪਾਰਟੀਆਂ ਕਹਿ ਲਓ, ਉਹਨਾਂ ਦੇ ਵਿਚਕਾਰ ਝਗੜਾ ਸੀ ਜਿਸ ਦਾ ਹਾਈ ਕੋਰਟ ਨੇ ਫੈਸਲਾ ਕੀਤਾ ਔਰ ਹਿੰਦੁਸਤਾਨ ਦੀ ਕਾਨੂੰਨ ਦੇ ਮੁਤਾਬਕ, ਸੰਵਿਧਾਨ ਦੇ ਮੁਤਾਬਕ ਹਾਈ ਕੋਰਟ ਦਾ ਉਹ ਫੈਸਲਾ ਸਭ 'ਤੇ ਬਾਈਂਡਿੰਗ ਹੈ, ਸਭ 'ਤੇ ਬਾਈਂਡਿੰਗ ਹੈ। ਪਿੱਛੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਇਲੈਕਸ਼ਨ ਪਟੀਸ਼ਨਾਂ ਹੋਈਆਂ ਸਨ, ਹਾਈ ਕੋਰਟ ਨੇ ਉਹ ਖਾਰਜ ਕੀਤੀ। ਕੈਪਟਨ ਸਾਹਿਬ ਦੇ ਹੱਕ 'ਚ ਆਈ ਤੇ ਸਾਰੇ ਬਹੁਤ ਸੈਲੀਬ੍ਰੇਟ ਕਰ ਰਹੇ ਸੀ, ਕਾਨੂੰਨ ਦਾ ਫੈਸਲਾ ਹੈ, ਵੈਲਕਮਯੋਗ ਹੈ। ਜੇ ਫੈਸਲਾ ਤੁਹਾਡੇ ਹੱਕ 'ਚ ਆ ਜਾਏ ਤਾਂ ਫੈਸਲਾ ਬਹੁਤ ਚੰਗਾ, ਜੇ ਫੈਸਲਾ ਤੁਹਾਡੇ ਹੱਕ 'ਚ ਨਾ ਹੋਵੇ ਤੇ ਤੁਹਾਨੂੰ ਲੱਗਦਾ ਕਿ ਨਹੀਂ ਫੈਸਲਾ ਠੀਕ ਨਹੀਂ ਹੈਗਾ, ਇਹ ਤਾਂ ਗੱਲ ਨਹੀਂ ਬਣੇਗੀ ਨਾ। BJP ਦਾ ਇਸ ਕੇਸ ਨਾਲ ਕੋਈ ਤਾਲੁਕ ਨਹੀਂ, ਨਾ ਫੈਸਲਾ ਆਉਣ 'ਚ, ਨਾ ਕੰਪਲੇਂਟ 'ਚ, ਨਾ ਕਿਸੇ ਹੋਰ 'ਚ। ਜਿੱਥੋਂ ਤੱਕ ਦੂਜੀਆਂ ਚੀਜ਼ਾਂ ਨੇ, ਸਾਡੀ ਸਰਕਾਰ ਪੂਰੀ ਜ਼ਿੰਮੇਵਾਰੀ ਨਾਲ ਜੋ ਵੀ ਕਾਰਵਾਈ ਕਰ ਰਹੀ ਹੈ ਕਾਨੂੰਨ ਦੇ ਅਨੁਸਾਰ, ਸੰਵਿਧਾਨ ਦੇ ਅਨੁਸਾਰ ਕਰ ਰਹੀ ਹੈ। ਅਗਰ ਰਾਮ ਮੰਦਿਰ ਦਾ ਨਿਰਮਾਣ ਹੋਇਆ, ਇਲਾਹਾਬਾਦ ਹਾਈ ਕੋਰਟ ਦਾ ਫੈਸਲਾ ਸਾਡੇ ਹੱਕ 'ਚ ਆਇਆ, ਸੁਪਰੀਮ ਕੋਰਟ ਦਾ ਫੈਸਲਾ ਸਾਡੇ ਹੱਕ 'ਚ ਆਇਆ, ਯੂਨੈਨਿਮਸ ਆਇਆ, ਉਸ ਤੋਂ ਬਾਅਦ ਕੰਮ ਸ਼ੁਰੂ ਕੀਤਾ ਗਿਆ। 370 ਹਟਾਇਆ ਗਿਆ, ਬਕਾਇਦਾ ਪਾਰਲੀਮੈਂਟ ਤੋਂ ਪ੍ਰੈਜ਼ੀਡੈਂਟ ਸਾਹਿਬ ਤੋਂ ਸਾਈਨ ਕਰਵਾ ਕੇ ਪਾਸ ਕਰਵਾ ਕੇ ਕਰਾਇਆ ਗਿਆ, ਜਿਨ੍ਹਾਂ ਹਾਲ ਤੱਕ ਕਿਸੇ ਹਿੰਦੁਸਤਾਨ ਦੀ ਅਦਾਲਤ ਨੇ ਉਸ ਨੂੰ ਇਲੀਗਲ ਡਿਕਲੇਅਰ ਨਹੀਂ ਕੀਤਾ। ਇੱਕ ਗੱਲ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ, ਮੁਲਕ ਸੰਵਿਧਾਨ ਦੇ ਮੁਤਾਬਕ ਚੱਲਦਾ ਹੈ, ਮੇਰੀ ਜਾਂ ਤੁਹਾਡੀ ਇੱਛਾ ਦੇ ਮੁਤਾਬਕ ਨਹੀਂ ਚੱਲਦਾ। ਕੋਈ ਚੀਜ਼ ਤੁਹਾਨੂੰ ਅੱਛੀ ਲੱਗ ਸਕਦੀ ਹੈ, ਕੋਈ ਚੀਜ਼ ਕਿਸੇ ਹੋਰ ਨੂੰ ਅੱਛੀ ਨਹੀਂ ਲੱਗ ਸਕਦੀ, ਲੇਕਿਨ ਪ੍ਰਵੇਲ ਉਹ ਕਰੇਗੀ ਜੋ ਕਾਨੂੰਨ ਦੇ ਮੁਤਾਬਕ ਜਿਹਨੂੰ ਮਾਨਤਾ ਹੈ। ਅਗਰ ਕਿਸੇ ਨੂੰ ਲੱਗਦਾ ਕਿ 370 ਗਲਤ ਹਟੀ ਹੈ, ਸੁਪਰੀਮ ਕੋਰਟ ਜਾਏ, ਸੁਪਰੀਮ ਕੋਰਟ ਤੋਂ ਕੈਸ਼ ਕਰਾ ਦੇ। ਅਗਰ ਕਿਸੇ ਨੂੰ ਲੱਗਦਾ ਕਿ ਸਿੱਟ ਦਾ ਫੈਸਲਾ ਹਾਈ ਕੋਰਟ ਨੇ ਗਲਤ ਕੀਤਾ, ਉਹਨਾਂ ਕੋਲ ਆਪਸ਼ਨ ਹੈ, ਸੁਪਰੀਮ ਕੋਰਟ ਜਾਣ, ਸੁਪਰੀਮ ਕੋਰਟ ਤੋਂ ਫੈਸਲਾ ਬਦਲਵਾ ਦੇਣ। ਨਹੀਂ ਜੈਨ ਸਾਹਿਬ, ਇੱਥੇ ਇੱਕ ਗੱਲ ਹੈ ਕਿ ਕਾਨੂੰਨ ਦਾ ਸਾਰੇ ਸਨਮਾਨ ਕਰਦੇ ਨੇ, ਅਦਾਲਤਾਂ ਦਾ ਸਾਰੇ ਸਨਮਾਨ ਕਰਦੇ ਨੇ, ਯਾਨੀ ਗੱਲ ਚਰਚਾ ਇਹ ਹੈ ਕਿ ਅਦਾਲਤ ਦਾ ਸਹਾਰਾ ਲੈ ਕੇ ਕਿਸੇ ਚੀਜ਼ ਨੂੰ ਵੱਡੇ ਰਸੂਖਦਾਰ ਬੰਦਿਆਂ ਨੇ, ਜਿਵੇਂ ਸੈਂਟਰ 'ਚ ਕੇਂਦਰ ਸਰਕਾਰ ਨੂੰ ਕਿਹਾ ਜਾਂਦਾ ਹੈ, ਇਹ ਸਟੇਟ ਦੇ ਵਿੱਚ ਕਹਿੰਦਾ ਵੱਡੇ ਰਸੂਖਦਾਰ ਬੰਦਿਆਂ ਦੇ ਇਹਦੇ 'ਚ ਨਾਮ ਸੀਗੇ, ਉਹਨਾਂ ਨੇ ਅਦਾਲਤ ਦਾ ਸਹਾਰਾ ਲੈ ਕੇ ਇਸ ਨੂੰ ਕਿਸੇ ਤਰੀਕੇ ਖਾਰਜ ਕਰਵਾਤਾ। ਦੇਖੋ, ਮੈਂ ਇਹ ਗੱਲ ਨੂੰ ਨਹੀਂ ਮੰਨਣ ਨੂੰ ਤਿਆਰ ਹਾਂ। ਮੈਂ ਪਿਛਲੇ 40 ਸਾਲ ਤੋਂ ਵਕਾਲਤ 'ਚ ਹੈਗਾ। ਮੈਂ ਨਹੀਂ ਸਮਝਦਾ ਕਿ ਹਿੰਦੁਸਤਾਨ ਦੀ ਜੁਡੀਸ਼ਰੀ ਕਿਸੇ ਲੀਡਰ ਦੇ ਕਹਿਣ 'ਤੇ ਕੋਈ ਫੈਸਲਾ ਕਰਦੀ ਹੋਏਗੀ। ਇਸ ਹਿੰਦੁਸਤਾਨ ਇੱਕ ਐਸਾ ਵਾਹਿਦ ਮੁਲਕ ਹੈ ਜਿਸ ਦੇ 'ਚ ਹਾਈ ਕੋਰਟ ਦੇ ਇੱਕ ਸਿੰਗਲ ਜੱਜ ਨੇ ਹਿੰਦੁਸਤਾਨ ਦੀ ਸਿਟਿੰਗ ਪ੍ਰਾਈਮ ਮਿਨਿਸਟਰ ਦਾ ਇਲੈਕਸ਼ਨ ਸੈਟੀਸਾਈਡ ਕਰਤਾ ਸੀ। ਦੁਨੀਆ 'ਚ ਤੁਹਾਨੂੰ ਕਿਤੇ ਐਗਜ਼ਾਮਪਲ ਉਸ ਤਰ੍ਹਾਂ ਦੀ ਨਹੀਂ ਮਿਲਦੀ। ਦੂਜੀ ਉਦਾਹਰਨ ਇੰਡੀਪੈਂਡੈਂਸ ਦੀ, ਜੱਜਾਂ ਦੀ ਨਿਯੁਕਤੀ ਦਾ ਕਾਨੂੰਨ ਹਿੰਦੁਸਤਾਨ ਦੀ ਪਾਰਲੀਮੈਂਟ ਨੇ ਯੂਨੈਨਿਮਸਲੀ ਪਾਸ ਕੀਤਾ ਸੀ। 890 ਦੇ ਕਰੀਬ MPs ਨੇ, ਸਭ ਨੇ ਇਕੱਠੇ ਮਿਲ ਕੇ, ਸਾਰੀ ਪਾਰਟੀਆਂ ਨੇ ਮਿਲ ਕੇ ਉਹਨੂੰ ਪਾਸ ਕੀਤਾ ਸੀ। ਸੁਪਰੀਮ ਕੋਰਟ ਦੇ 5 ਚੋਂ 4 ਜੱਜਾਂ ਨੇ ਕਿਹਾ ਕਿ ਇਹ ਗਲਤ ਹੈ, ਸਾਰੇ ਦੇਸ਼ ਨੇ ਮੰਨਿਆ ਕਿ ਉਹ ਗਲਤ ਹੈਗਾ। ਇਸ ਕਰਕੇ ਜੋ ਕਾਨੂੰਨ ਦਾ ਫੈਸਲਾ, ਮੈਂ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈਗਾ ਕਿ ਕੋਈ ਜੱਜ ਕਿਸੇ ਦੀ ਸਿਫਾਰਿਸ਼ ਮੰਨ ਕੇ ਜਾਂ ਕਿਸੇ ਦੇ ਇਨਫਲੂਐਂਸ 'ਚ ਆ ਕੇ ਕਰਦਾ ਹੋਏਗਾ। ਨਹੀਂ ਗੱਲ ਇਹ ਹੈ, ਨੁਕਤਾ ਇਹ ਮੰਨਿਆ ਜਾ ਰਿਹਾ ਹੈ ਕਿ ਹੁਣ ਨਵੀਂ ਸਿੱਟ ਬਣ ਗਈ, ਪਿਛਲੀ ਸਿੱਟ 'ਤੇ 2 ਸਾਲ ਦੀ ਇਨਵੈਸਟੀਗੇਸ਼ਨ ਲੱਗੀ ਸਰ, 2 ਸਾਲ ਦੀ ਤਫਤੀਸ਼ ਦੇ ਬਾਅਦ ਬਣੀ, 1 ਸਾਲ ਬਾਅਦ ਇਲੈਕਸ਼ਨ ਨੇ, ਠੀਕ ਹੈ ਜੀ। ਹੁਣ ਨਵੀਂ ਸਿੱਟ ਬਣੇਗੀ, 2-3 ਸਾਲ ਉਹਦੇ ਲੰਘ ਜਾਣੇ ਆ। ਜਿਹੜੀ ਤਾਂ ਸੱਤਾਧਿਰ ਪਾਰਟੀ ਹੈ ਕਾਂਗਰਸ, ਉਹ ਆਖੇਗੀ ਅਸੀਂ ਸਿੱਟ ਬਣਾਈ, ਸਿੱਟ ਖਾਰਜ ਹੋ ਗਈ। ਉਹ ਅਕਾਲੀ ਆਖਣਗੇ ਸਾਡਾ ਤਾਂ ਨਾਮ ਹੀ ਹੈ ਨਹੀਂ ਉੱਥੇ, ਵੀ ਇਹ ਨੁਕਤਾ ਬਣਾ ਕੇ ਇਹ ਇਲੈਕਸ਼ਨ ਲੰਘਾਉਣ ਦੀ ਕੋਸ਼ਿਸ਼ ਤਾਂ ਨਹੀਂ। ਦੇਖੋ, ਮੈਂ ਇਸ ਗੱਲ ਦੇ ਬਾਰੇ ਇਲੈਕਸ਼ਨ ਲਗਾਉਣ ਦੀ ਗੱਲ ਨਹੀਂ, ਕਿਉਂਕਿ ਕੇਸ ਕੋਰਟ 'ਚ ਪਹਿਲੇ ਚੱਲ ਰਿਹਾ ਸੀ। ਕੋਰਟ ਨੇ ਇੱਕ ਫੈਸਲਾ ਦਿੱਤਾ ਹੈ, ਜਿਨ੍ਹਾਂ ਨੂੰ ਲੱਗਦਾ ਕਿ ਫੈਸਲਾ ਗਲਤ ਹੈ ਉਹ ਸੁਪਰੀਮ ਕੋਰਟ ਜਾਣ, ਕਾਨੂੰਨ ਦੇ ਮੁਤਾਬਿਕ ਹੀ ਤਾਂ ਚਲੇਗਾ ਨਾ। ਮੇਰੀ ਆਪਣੀ ਮਰਜ਼ੀ ਤਾਂ ਨਹੀਂ, ਮੈਨੂੰ ਅਗਰ ਹਾਈ ਕੋਰਟ ਮਿਲਦਾ ਫੈਸਲਾ ਮੇਰੇ ਹੱਕ 'ਚ, ਮੈਂ ਲੱਡੂ ਵੰਡਾਂ, ਜੇ ਮੇਰੇ ਖਿਲਾਫ ਹੈ ਤਾਂ ਮੈਂ ਗਾਲੀਆਂ ਦੇਵਾਂ, ਉਹ ਤਾਂ ਨਹੀਂ ਹੁੰਦਾ ਨਾ ਕਦੇ ਵੀ। ਕਾਨੂੰਨ ਨੇ ਪ੍ਰਕਿਰਿਆ ਦਿੱਤੀ ਹੈ, ਔਰ ਬਹੁਤ ਸਾਰੇ ਕੇਸਿਸ ਦੇ ਵਿੱਚ ਆ ਕੇ ਹਾਈ ਕੋਰਟ ਦੇ ਫੈਸਲੇ ਸੁਪਰੀਮ ਕੋਰਟ ਨੇ ਬਦਲੇ ਨੇ।
ਸੁਪਰੀਮ ਕੋਰਟ ਨੇ ਆਪਣੇ ਵੀ ਫੈਸਲੇ 10 ਸਾਲ ਤੋਂ ਬਾਅਦ ਖੁਦ ਹੀ ਬਦਲੇ ਨੇ ਕਿ ਪਹਿਲੇ ਸਾਡੇ ਤੋਂ ਗਲਤੀ ਹੋ ਗਈ ਸੀ। ਇਸ ਕਰਕੇ ਅਗਰ ਕਿਸੇ ਨੂੰ ਸ਼ਿਕਾਇਤ ਹੈ, ਹਾਈ ਕੋਰਟ ਦੇ ਇੱਕ ਵਕੀਲ ਹੋਣ ਦੇ ਨਾਤੇ, ਜ਼ਿੰਮੇਵਾਰ ਵਕੀਲ ਹੋਣ ਦੇ ਨਾਤੇ, ਮੈਂ ਉਸ ਜਜਮੈਂਟ ਤੇ ਕੋਈ ਐਡਵਰਸ ਕਮੈਂਟ ਨਹੀਂ ਕਰਨਾ ਚਾਹੁੰਦਾ, ਨਾ ਹੀ ਕਰਨਾ ਠੀਕ ਹੈਗਾ। ਔਰ ਨਾ ਹੀ ਮੈਂ ਇਹ ਮੰਨਦਾ ਕਿ ਜੱਜ ਕੋਈ ਸਿਫਾਰਿਸ਼ ਨਾਲ ਫੈਸਲੇ ਕਰਦੇ ਨੇ। ਮੈਂ ਬਿਲਕੁਲ ਇਹ ਗੱਲ ਮੰਨਣ ਨੂੰ ਤਿਆਰ ਨਹੀਂ। ਹਾਂ, ਜਿਨ੍ਹਾਂ ਨੂੰ ਸ਼ਿਕਾਇਤ ਹੈ ਕਿ ਫੈਸਲਾ ਗਲਤ ਹੈ, ਉਹ ਸੁਪਰੀਮ ਕੋਰਟ ਜਾਣ। ਦਰਵਾਜ਼ੇ ਖੁੱਲੇ ਨੇ, 250 ਕਿਲੋਮੀਟਰ ਤੇ ਹੈ ਸੁਪਰੀਮ ਕੋਰਟ, ਕਿੰਨੀ ਦੂਰ ਹੈ। ਹਾਂ ਚਲੋ, ਇਹ ਤਾਂ ਇੱਕ ਕਾਨੂੰਨੀ ਸੰਵਿਧਾਨ ਦੇ ਹਿਸਾਬ ਨਾਲ ਗੱਲਬਾਤ ਹੋ ਗਈ ਹੈ, ਪਰ ਜਿਹੜੇ ਹਾਲਾਤ ਨੇ ਕਈ ਜਗ੍ਹਾ ਇਹ ਬਣ ਜਾਂਦੇ ਨੇ ਕਿ ਸਮਾਂ ਲੰਘਾਉਣ ਦੀ ਵਿੱਚ ਚੀਜ਼ਾਂ ਹੋ ਜਾਂਦੀਆਂ ਨੇ। ਹੁਣ ਤੁਸੀਂ ਇਹ ਦੱਸੋ ਕਿ 2022 ਦੇ ਇਲੈਕਸ਼ਨ ਨਜ਼ਦੀਕ ਨੇ, ਭਾਜਪਾ ਕਿਸ ਸਥਿਤੀ 'ਤੇ ਮਹਿਸੂਸ ਕਰਦੀ ਹੈ ਆਪਣੇ ਆਪ ਨੂੰ? ਕੀ ਉਹ ਕਿਸੇ ਨਾਲ ਅਲਾਈਅੰਸ ਕਰੇਗੀ? ਅਕਾਲੀ ਦਲ ਨਾਲ ਅਲਾਈਅੰਸ ਤਾਂ ਟੁੱਟ ਗਿਆ, ਹੁਣ ਇਸ ਤੋਂ ਬਾਅਦ ਕੀ ਸਥਿਤੀ ਰਹੇਗੀ? ਕਿੰਨੀਆਂ ਸੀਟਾਂ 'ਤੇ ਚੋਣ ਲੜੇਗੀ ਜੀ? ਦੇਖੋ, ਇਸ ਰੀਜਨ ਦੇ ਵਿੱਚ ਪਿਛਲੇ 50 ਸਾਲਾਂ 'ਚ 2-3 ਅਲੱਗ-ਅਲੱਗ ਪੈਟਰਨ ਫੋਲੋ ਹੋਏ ਨੇ। ਹਿਮਾਚਲ ਦੇ ਵਿੱਚ ਬੀਜੇਪੀ ਜਨਸੰਘ ਸ਼ੁਰੂ ਤੋਂ ਹੀ ਇਕੱਲੀ ਖੜੀ ਲੜੀ, ਕਿਸੇ ਨਾਲ ਅਲਾਇੰਸ 'ਚ ਨਹੀਂ ਆਈ, ਤਾਂ ਬਹੁਤ ਦੇਰ ਪਹਿਲੇ ਉੱਥੇ ਪਾਵਰ 'ਚ ਆ ਗਈ ਸੀ। ਚੰਡੀਗੜ੍ਹ 'ਚ ਵੀ ਪ੍ਰਮੁੱਖ ਤੌਰ 'ਤੇ ਅਸੀਂ ਔਰ ਕਾਂਗਰਸ ਪਾਰਟੀ, ਦੋ ਵਿਰੋਧੀ ਪਾਰਟੀਆਂ ਰਹੀਆਂ, ਸਾਨੂੰ ਆਉਂਦੇ ਰਹੇ MP ਵੀ ਜਿੱਤਦੇ ਰਹੇ, ਕਾਰਪੋਰੇਸ਼ਨ 'ਚ ਵੀ ਆਉਂਦੇ ਰਹੇ। ਹਰਿਆਣਾ ਦੇ ਅੰਦਰ ਔਰ ਪੰਜਾਬ ਦੇ ਅੰਦਰ ਇੱਥੇ ਬੀਜੇਪੀ ਨੇ ਕਿਸੇ ਦੂਜੀ ਪਾਰਟੀ ਨਾਲ ਅਲਾਇੰਸ ਕਰਕੇ ਇਲੈਕਸ਼ਨ ਲੜਨਾ ਬਹੁਤ ਲੰਬੇ ਅਰਸੇ ਤੱਕ ਜਾਰੀ ਰੱਖਿਆ, ਹਰਿਆਣਾ 'ਚ ਵੀ ਔਰ ਪੰਜਾਬ 'ਚ ਵੀ। ਹਰਿਆਣੇ 'ਚ ਪਿਛਲੇ 4-5 ਸਾਲ ਪਹਿਲੇ ਇੱਕ ਨया ਐਕਸਪੈਰੀਮੈਂਟ ਹੋਇਆ ਕਿ ਅਸੀਂ ਲੋਕ ਦਲ ਜਾਂ ਬਾਕੀ ਸਾਰੀ ਪਾਰਟੀਆਂ ਛੱਡ ਕੇ ਇੰਡੀਪੈਂਡੈਂਟ ਇਕੱਲੇ ਹੋ ਕੇ ਇਲੈਕਸ਼ਨ ਲੜਿਆ, ਔਰ ਸਾਡੀ 5 ਸਾਲ 6 ਸਾਲ ਪਹਿਲੇ ਸਰਕਾਰ ਬਣ ਗਈ। ਹੁਣ ਪੰਜਾਬ ਬਾਕੀ ਬਚਿਆ ਸੀ। ਪੰਜਾਬ ਇੱਕ ਸੂਬਾ ਐਸਾ ਰਹਿ ਗਿਆ ਇਸ ਰੀਜਨ 'ਚ ਜਿੱਥੇ ਬੀਜੇਪੀ ਪਹਿਲੇ ਅਕਾਲੀ ਦਲ ਨਾਲ ਮਿਲ ਕੇ ਇਲੈਕਸ਼ਨ ਲੜਦੀ ਸੀ। ਅਸੀਂ ਅਕਾਲੀ ਦਲ ਨੂੰ ਨਹੀਂ ਛੱਡਿਆ, ਅਕਾਲੀ ਦਲ ਸਾਨੂੰ ਛੱਡ ਕੇ ਗਏ ਨੇ, ਉਹਨਾਂ ਨੇ ਵਿਡਰੋ ਕੀਤੀ ਹੈ ਸਪੋਰਟ, ਠੀਕ ਹੈ। ਇਸ ਕਰਕੇ ਜੋ ਸਿਚੁਏਸ਼ਨ ਸਾਹਮਣੇ ਆਈ ਹੈ, ਭਾਰਤੀ ਜਨਤਾ ਪਾਰਟੀ ਬਿਲਕੁਲ ਡਿਕਲੇਅਰ ਕਰ ਚੁੱਕੀ ਹੈ। ਅਕਾਲੀ ਦਲ ਨੇ ਵੀ ਕਹਿਤਾ ਸਾਡਾ ਕੋਈ ਅਲਾਇੰਸ ਨਹੀਂ ਹੋਏਗਾ, ਅਸੀਂ ਵੀ ਕਹਿਤਾ ਸਾਡਾ ਕੋਈ ਅਲਾਇੰਸ ਨਹੀਂ ਹੋਏਗਾ। ਬੀਜੇਪੀ ਸਾਰੀਆਂ ਦੀ ਸਾਰੀਆਂ ਸੀਟਾਂ ਲੜੇਗੀ, ਨੈਸ਼ਨਲ ਪਾਰਟੀ ਹੈ, ਔਰ ਸਾਨੂੰ ਪੂਰਾ ਯਕੀਨ ਹੈ ਕਿ ਪੰਜਾਬ ਦੀ ਜਨਤਾ, ਹਿੰਦੂ, ਸਿੱਖ, ਦਲਿਤ, ਸਭੀ ਧਰਮਾਂ ਦੇ ਲੋਕ ਮਿਲ ਕੇ ਸਾਨੂੰ ਪਾਵਰ 'ਚ ਲਿਆਉਣਗੇ। ਔਰ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ, ਤ੍ਰਿਪੁਰਾ, ਕਦੇ ਕੋਈ ਸੋਚ ਸਕਦਾ ਸੀ ਕਿ ਤ੍ਰਿਪੁਰਾ ਦੇ ਵਿੱਚ CPM ਨੂੰ ਹਰਾ ਕੇ ਬੀਜੇਪੀ ਪਾਵਰ 'ਚ ਆ ਜਾਏਗੀ? ਵੈਸਟ ਬੰਗਾਲ 'ਚ ਕਦੇ ਕੋਈ ਸੋਚ ਸਕਦਾ ਸੀ ਕਿ TMC ਔਰ CPM ਔਰ ਕਾਂਗਰਸ ਦੇ ਗੜ੍ਹ 'ਚ ਜਾ ਕੇ ਬੀਜੇਪੀ ਦੀ ਸਰਕਾਰ ਬਣਨ ਦੀ ਨੌਬਤ ਆ ਜਾਏਗੀ? ਕਦੇ ਕੋਈ ਸੋਚ ਸਕਦਾ ਸੀ? ਅੱਜ ਅਸੀਂ ਉੱਥੇ ਸਰਕਾਰ 'ਚ ਆ ਰਹੇ ਹਾਂ। ਕੇਰਲਾ, ਜਿਹੜਾ ਕਦੇ ਸਾਤੋਂ ਕਿੰਨੀ ਦੂਰ ਹੁੰਦਾ ਸੀ, ਅੱਜ ਅਸੀਂ ਬਹੁਤ ਅੱਛੀ ਫਾਈਟ ਉੱਥੇ ਦੇ ਰਹੇ ਹਾਂ। ਸਾਨੂੰ ਪੂਰਾ ਯਕੀਨ ਹੈ, ਪੂਰਾ ਵਿਸ਼ਵਾਸ ਹੈ ਕਿ ਪੰਜਾਬ ਦੇ ਵਿੱਚ ਬੀਜੇਪੀ ਨੂੰ ਅੱਛੀ ਕੰਫਰਟੇਬਲ ਮੈਜੋਰਿਟੀ ਮਿਲੇਗੀ ਔਰ ਅਸੀਂ ਆਪਣੀ ਸਰਕਾਰ ਬਣਾਵਾਂਗੇ। ਤੁਹਾਡੇ ਕਹਿਣ ਦੇ ਮੁਤਾਬਕ ਕਿ ਭਾਜਪਾ ਦੀ ਸਥਾਪਤੀ ਅੱਗੇ ਨਾਲੋਂ ਵਧੀਆ ਰਹੇਗੀ ਇੱਥੇ। ਹੁਣ ਇਹ ਹੈ ਜੀ ਕਿ ਜਿਵੇਂ ਅਲੱਗ-ਅਲੱਗ ਚਲੰਤ ਮਾਹੌਲ ਨੂੰ ਲੈ ਕੇ ਅਲੱਗ-ਅਲੱਗ ਸਿਆਸੀ ਧਿਰਾਂ ਅਲੱਗ-ਅਲੱਗ ਨੁਕਤੇ ਅਪਣਾ ਰਹੀਆਂ ਨੇ। ਉਸੇ ਨੁਕਤੇ ਦੇ ਵਿੱਚ ਦਲਿਤ ਕਾਰਡ ਦੀ ਇੱਕ ਗੱਲ ਚੱਲੀ ਹੈ, ਉਹਦੇ ਵਿੱਚ ਆਪਣੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਜੀ, ਜੋ ਸਾਬਕਾ ਪ੍ਰਧਾਨ ਵੀ ਨੇ ਭਾਜਪਾ ਦੇ ਪੰਜਾਬ ਦੇ, ਉਹਨਾਂ ਨੇ ਕਿਹਾ ਕਿ ਅਸੀਂ ਤਾਂ CM ਹੀ ਬਣਾ ਦੇਂਗੇ। ਇੱਕ ਹੀ ਭਾਜਪਾ ਦਾ ਆਧਾਰ ਬਣਦੀ ਹੈ ਕਿ ਉਹ ਸਰਕਾਰ ਬਣਾ ਲੂ ਪੰਜਾਬ ਦੇ ਵਿੱਚ? ਬਿਕੋਜ਼ ਇਸ ਵੇਲੇ ਸਾਨੂੰ ਜੋ ਹਾਲਾਤ ਨਜ਼ਰ ਆ ਰਹੇ ਨੇ ਬਹੁਤ ਟਫ ਨੇ। ਇਸ ਵੇਲੇ ਹਾਲਾਤ, ਕਾਫੀ ਰਿਪੋਰਟਾਂ ਸਾਡੇ ਖਿਲਾਫ ਆ ਰਹੀਆਂ ਨੇ, ਲੇਕਿਨ ਸਾਨੂੰ ਪੂਰਾ ਯਕੀਨ ਹੈ ਕਿ ਵਿਧਾਨ ਸਭਾ ਚੋਣਾਂ ਤੱਕ ਪਾਰਟੀ ਸਾਰੇ ਇੱਕ ਸੰਕਟ 'ਚੋਂ ਉੱਭਰ ਜਾਏਗੀ ਔਰ ਉੱਭਰ ਕੇ ਇਲੈਕਸ਼ਨ ਜਿੱਤੇਗੀ ਔਰ ਆਪਣੀ ਸਰਕਾਰ ਬਣਾਏਗੀ। ਕੌਣ CM ਹੋਏਗਾ, ਇਸ ਦਾ ਫੈਸਲਾ ਸਰਕਾਰ ਆਉਣ ਤੋਂ ਬਾਅਦ ਕੀਤਾ ਜਾਏਗਾ ਜਾਂ ਉਸ ਵੇਲੇ ਜੋ ਪਾਰਟੀ ਦੀ ਸਟ੍ਰੈਟਜੀ ਹੋਏਗੀ ਉਸ ਦੇ 'ਚ ਹੋਏਗਾ। ਲੇਕਿਨ ਬੀਜੇਪੀ ਇੱਕ ਗੱਲ ਬਿਲਕੁਲ ਸਾਫ਼ ਕਰ ਰਹੀ ਹੈ ਕਿ ਅਸੀਂ ਸਾਰੇ ਸੈਕਸ਼ਨਸ ਨੂੰ ਬਰਾਬਰ ਦਾ, ਜਿੰਨਾ ਉਹਨਾਂ ਦਾ ਬੰਦਾ ਹੈ, ਪੂਰਾ ਸਮਾਨ ਦੇਵਾਂਗੇ, ਪੂਰਾ ਹਿੱਸਾ ਦੇਵਾਂਗੇ। ਦਲਿਤ CM ਹੋਏਗਾ ਜਾਂ ਦਲਿਤ ਡਿਪਟੀ CM ਹੋਏਗਾ ਜਾਂ ਕੀ ਹੋਏਗਾ, ਇਹ ਉਸ ਸਮੇਂ ਆਉਣ 'ਤੇ ਫੈਸਲਾ ਕੀਤਾ ਜਾਏਗਾ। ਲੇਕਿਨ ਸਾਡੀ ਪਾਰਟੀ ਦਲਿਤ ਸਮਾਜ ਨੂੰ ਵੀ ਉਨਾ ਹੀ ਮਾਨ ਸਨਮਾਨ ਦੇਗੀ ਜਿੰਨਾ ਕਿਸੇ ਹੋਰ ਸਮਾਜ ਨੂੰ ਦੇ ਰਹੀ ਹੈ। ਸਾਡੇ ਨਾਲ ਸਨ ਭਾਜਪਾ ਦੇ ਸੀਨੀਅਰ ਆਗੂ, ਸਿਆਸਤ ਦੀ ਅਹਿਮ ਸਮਝ ਰੱਖਦੇ ਹੋਏ, ਕਾਨੂੰਨ ਦੀ ਅਹਿਮ ਸਮਝ ਰੱਖਦੇ ਹੋਏ, ਉਹਨਾਂ ਸਾਰੇ ਸਾਡੇ ਮੌਜੂਦਾ ਹਾਲਾਤਾਂ ਨੂੰ ਦੇਖ ਕੇ 2022 ਦੇ ਇਲੈਕਸ਼ਨਾਂ ਲਈ ਕਰ ਰਹੀਆਂ ਸਿਆਸੀ ਧਿਰਾਂ ਦੀਆਂ ਚਾਰਾਜੋਈਆਂ 'ਤੇ ਆਪਦੇ ਵਿਚਾਰ ਰੱਖੇ।